किसान वीरों ते भैणों जय हिंद लैके हाज़र हाँ प्रोग्राम मेरा पिंड मेरे खेत। जिद्दां कि तुसीं सारे जाणदे ही हो कि इस प्रोग्राम 'च असीं अलग अलग विषयां ते अलग अलग माहरां नूं बुलाउंदे रहीदा ते अज जिहड़े माहर साडे कोल आउणे आ ना ਉਹ ਜਿਹੜਾ ਵਿਸ਼ਾ ਤੇਜਪਾਲ ਜੀ ਸਤਿ ਸ਼੍ਰੀ ਅਕਾਲ। ਜੈ ਹਿੰਦ ਜੀ, ਜੈ ਹਿੰਦ ਜੀ ਡਾਕਟਰ ਸਾਹਿਬ, ਜੈ ਹਿੰਦ ਜੀ, ਜੈ ਹਿੰਦ ਜੀ, ਜੈ ਹਿੰਦ ਜੀ ਡਾਕਟਰ ਸਾਹਿਬ। ਹਾਂ ਡਾਕਟਰ ਸਾਹਿਬ ਲੈਣ ਦੇ ਨਾਲ ਹੀ ਹੈ। ਹਾਂ ਬਿਲਕੁਲ ਜੀ। ਹਾਂ ਮੈਂ ਕਹਿੰਦਾ ਸੀ ਵੀ ਡਾਕਟਰ ਸਾਹਿਬ ਆਉਣ ਵਾਲੇ ਹੀ ਹੈ। ਤੁਸੀਂ ਹੁਕਮ ਲਾਇਆ ਸੀ ਤੇ ਬਸ ਜੀ ਅਸੀਂ ਲੈਣ ਦਾ। ਬੈਠੋ ਡਾਕਟਰ ਸਾਹਿਬ, ਬੈਠੋ ਡਾਕਟਰ ਸਾਹਿਬ, ਬੈਠੋ। ਵਾਹ ਬਹੁਤ ਬਹੁਤ ਧੰਨਵਾਦ ਜੀ। ਹਾਂ ਨਹੀਂ ਆ ਬੜਾ ਵਧੀਆ ਕੰਮ ਕਰਦੇ ਤੁਸੀਂ ਹੈਨਾ, ਨਾਲ ਲੈ ਜਾਂਦਾ। ਫਿਰ ਦੇਖੋ ਗੱਲ ਇਹ ਆ ਕਿ ਬੜਾ ਵਧੀਆ ਵਿਸ਼ਾ ਤੁਸੀਂ ਚੁਣਦੇ ਹੋ ਤੇ ਸਮੇਂ ਦੀ ਮੰਗ ਵੀ ਹੁੰਦੀ ਆ। ਮੰਗ ਹੁੰਦੀ ਆ। ਅੱਛਾ ਫੇ ਹੁਣ ਇਦਾਂ ਆ, ਜਾਣ ਪਛਾਣ ਕਰਾਓ ਡਾਕਟਰ ਸਾਹਿਬ ਨਾਲ ਸਾਡੀ। ਸੋ ਡਾਕਟਰ ਤਰਸੇਮ ਸਿੰਘ ਢਿੱਲੋਂ, ਅੱਛਾ ਜੀ, ਜੋ ਮੁਖੀ ਨੇ ਸਬਜ਼ੀਆਂ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ। ਵਾਹ ਜੀ ਵਾਹ। ਤੇ ਬੜਾ ਲੰਬਾ ਤਜਰਬਾ ਇਹਨਾਂ ਦਾ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਾਫੀ ਕਿਸਾਨ ਜਿਹੜੇ ਨੇ ਜੀ ਉਹ ਸਬਜ਼ੀਆਂ ਲਗਾਉਂਦੇ ਨੇ। ਜਿਹੜਾ ਤੁਸੀਂ ਅੱਜ ਵਿਸ਼ਾ ਵੀ ਚੁਣਿਆ ਵਾ ਘਰੇਲੂ ਬਗੀਚੀ, ਉਹਦੇ ਵਿੱਚ ਇਹਨਾਂ ਨੇ ਬੜਾ ਕੰਮ ਕੀਤਾ। ਬਹੁਤ ਵਧੀਆ ਗੱਲ ਆ ਡਾਕਟਰ ਸਾਹਿਬ। ਤੁਹਾਨੂੰ ਆਪਾਂ ਪੂਰੀਆਂ ਜਾਣਕਾਰੀਆਂ ਤੁਹਾਤੋਂ ਲੈਣੀਆਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ। ਹੋਰ ਸੁਣਾਓ ਕਿੱਦਾਂ, ਠੀਕ ਹੋ? ਬਸ ਵਧੀਆ ਵਾ। ਕਰੋਨਾ ਵੱਧਦਾ ਜਾਂਦਾ, ਇਹ ਵੱਧਦਾ ਜਾਂਦਾ। ਅਸਲ ਦੇ ਵਿੱਚ ਨਾ ਅਸੀਂ ਅਣਗਹਿਲੀ ਬਹੁਤ ਵਰਤਦੇ ਆ। ਬਿਲਕੁਲ ਬਿਲਕੁਲ ਇਹ ਅਣਗਹਿਲੀ ਦੇ ਗੱਲ ਆ ਵੀ ਅਣਗਹਿਲੀ ਹੁਣ ਇਹਦੇ ਵਿੱਚ ਸਾਫ਼ ਸਫਾਈ ਦਾ ਵੀ ਬਹੁਤ ਜ਼ਿਆਦਾ ਯੋਗਦਾਨ। ਬਿਲਕੁਲ ਬਿਲਕੁਲ। ਅੱਛਾ ਫਿਰ ਆਪਾਂ ਗਾਈਡਲਾਈਨਾਂ ਜਿਹੜੀਆਂ ਗਵਰਨਮੈਂਟ ਨੇ ਦਿੱਤੀਆਂ ਉਹਨਾਂ ਨੂੰ ਇਹ ਪੂਰਾ ਨਹੀਂ ਆ। ਪਿੱਛੇ ਜਿਹਾ ਡਾਕਟਰ ਸਾਹਿਬ ਰੌਲੀ ਪਈ ਸੀ ਵੀ ਕਰੋਨਾ ਖਤਮ ਹੋ ਗਿਆ, ਘਟ ਗਿਆ, ਲੋਕੀ ਫੇਰ ਉਦਾਂ ਹੀ ਨਿਕਲ ਪਏ ਜਿੱਦਾਂ ਪਹਿਲਾਂ ਸੀਗੇ। ਲੋਕਾਂ ਨੇ ਧਿਆਨ ਹੀ ਨਹੀਂ ਦਿੱਤਾ ਜੀ, ਧਿਆਨ ਹੀ ਨਹੀਂ ਦਿੱਤਾ, ਸਾਵਧਾਨੀਆਂ ਵੱਲ ਬਣੇ ਧਿਆਨ ਹੀ ਨਹੀਂ ਦਿੱਤਾ। ਹਾਂ ਬਸ ਉਸ ਕਰਕੇ ਆ ਜਿਹੜੀ ਦੁਬਾਰਾ ਹੋਇਆ ਨਾ, ਇਹ ਤਾਂ ਹੀ ਹੋਇਆ ਦੁਬਾਰਾ। ਹਾਂਜੀ ਤੇ ਜਿੱਦਾਂ ਤੁਸੀਂ ਸਾਵਧਾਨੀਆਂ ਤਾਂ ਜ਼ਰੂਰੀ ਆ ਰਿਆੜ ਸਾਹਿਬ। ਹੁਣ ਤੁਸੀਂ ਦੇਖ ਲਓ ਜਦੋਂ ਕਰੋਨਾ ਸ਼ੁਰੂ ਹੋਇਆ ਹੈ ਸਭ ਕੁਝ ਰੁਕ ਗਿਆ। ਤੁਹਾਨੂੰ ਪਤਾ ਅਸਮਾਨ ਕਿੰਨਾ ਸਾਫ਼ ਹੋ ਗਿਆ, ਹਵਾ ਕਿੰਨੀ ਸਾਫ਼ ਹੋ ਗਈ। ਬਿਲਕੁਲ ਬਿਲਕੁਲ। ਹੁਣ ਅਸੀਂ ਫੇਰ ਉਹੀ, ਅਸੀਂ ਸਾਫ਼ ਸਫਾਈ ਦੇਖ ਕੇ ਖਿਆਲ ਹੀ ਛੱਡ ਦਿੱਤਾ। ਹੁਣ ਅਸੀਂ ਫੇਰ ਉਹੀ ਜਿਹੜਾ ਗੰਦਮੰਦ, ਜਿਹੜਾ ਹਵਾ 'ਚ ਵੀ ਪ੍ਰਦੂਸ਼ਣ ਆ ਗਿਆ, ਉੱਦਾਂ ਵੀ ਸੜਕਾਂ ਤੇ ਵੀ ਪ੍ਰਦੂਸ਼ਣ ਆ ਗਿਆ। ਦੇਖੋ ਗੱਲ ਆ ਤੇਜਪਾਲ ਜੀ, ਹਰ ਕੋਈ ਬੰਦਾ ਇਹ ਕਹਿੰਦਾ ਵੀ ਮੇਰਾ ਘਰ ਸਾਫ਼ ਰਵੇ ਤੇ ਸੜਕ ਤੇ ਭਾਵੇਂ ਜੋ ਮਰਜ਼ੀ ਪਿਆ ਰਵੇ, ਤੇ ਉਹ ਘਰ ਦਾ ਗੰਦ ਵੀ ਸਾਰਾ ਸੜਕ ਤੇ ਛੁੱਟੀ ਜਾਂਦਾ। ਸੋ ਉਹ ਕਿੰਨੇ ਸਾਫ਼ ਕਰਨਾ? ਨਹੀਂ, ਉਹ ਮੁੜ ਕੇ ਸਾਡੇ ਘਰ ਫੇਰ ਆ ਜਾਣਾ। ਤੇ ਉਹੀ ਗੱਲ ਆ ਬਈ ਸਾਨੂੰ ਨਾ ਆਲਾ ਦੁਆਲਾ ਵੀ ਜਿਹੜਾ ਉਹ ਵੀ ਸਾਫ਼ ਰੱਖਣਾ ਚਾਹੀਦਾ। ਬਿਲਕੁਲ ਜੀ। ਇਹ ਗੱਲ ਆ ਵੀ ਅਸੀਂ ਜੇ ਅਸੀਂ ਆਪਣੇ ਆਪ ਦੀ ਸਫਾਈ ਕਰ ਲਈ ਤੇ ਅਸੀਂ ਹਰ ਕੋਈ ਬੰਦਾ ਜ਼ਿੰਮੇਵਾਰੀ ਦੇ ਨਾਲ ਸਾਰੀ ਹੀ ਸਫਾਈ ਕਰ ਸਕਦਾ। ਜੇ ਅਸੀਂ ਆਪਣੇ ਆਪ ਨੂੰ ਉਸ ਨਿਯਮ ਦੇ ਹਿਸਾਬ ਨਾਲ ਢਾਲ ਲਿਆ, ਲਾਗੋਂ ਸਫਾਈ ਕਰ ਲਈ, ਹਰ ਇੱਕ ਨੂੰ ਆਪੋ ਆਪਣੀ ਉਹ ਸਫਾਈ ਕਰਕੇ ਵਧੀਆ ਵਾਤਾਵਰਨ ਆਪਾਂ ਬਣਾ ਸਕਦੇ। ਬਿਲਕੁਲ। ਦੇਖੋ ਆ ਜਿਹੜੀਆਂ ਬਿਮਾਰੀਆਂ ਆਉਂਦੀਆਂ, ਇਹਦਾ ਕਾਰਨ ਇਹੀ ਆ, ਇਹ ਗੰਦ ਚੋਂ ਹੀ ਉਪਜਦੀਆਂ ਜ਼ਿਆਦਾ। ਬਿਲਕੁਲ। ਜਿੱਦਾਂ ਹੁਣ ਮੌਸਮ ਚੇਂਜ ਹੋ ਰਿਹਾ, ਮੌਸਮ ਬਦਲ ਰਿਹਾ, ਹੁਣ ਗਰਮੀਆਂ ਦੀ ਰੁੱਤ ਆਉਣੀ ਹੈ। ਬਿਲਕੁਲ। ਤੇ ਕਿੰਨੀਆਂ ਕਿ ਇਹਦੇ 'ਚ ਬਿਮਾਰੀਆਂ ਆਉਣੀਆਂ, ਕੋ ਮੱਛਰਾਂ ਨਾਲ। ਮੱਛਰ ਕਿੱਥੇ ਪੈਦਾ ਹੋਣਾ? ਗੰਦਗੀ ਤੇ। ਜਦ ਅਸੀਂ ਖਿਆਲ ਰੱਖਣਾ ਹੀ ਨਹੀਂ ਤਾਂ ਫਿਰ ਭਾਈ ਸਾਨੂੰ ਇਹ ਬਿਮਾਰੀਆਂ ਲੱਗਣੀਆਂ ਹੀ ਲੱਗਣੀਆਂ। ਬਿਲਕੁਲ ਜੀ। ਵੇਖੋ ਸਫਾਈ ਨਾਲੇ ਜੀ ਸਾਫ ਸੁਥਰਾ ਜਿਹੜਾ ਵਿਹੜਾ ਹੋਊਗਾ, ਸਾਫ ਸੁਥਰਾ ਆਲਾ ਦੁਆਲਾ ਹੋਊਗਾ ਤੇ ਮੱਖਰ ਮੱਛੀ ਦਾ ਕੰਮ ਹੀ ਕੋਈ ਨਹੀਂ। ਬਿਲਕੁਲ। ਜੇ ਸਾਫ ਸਫਾਈ ਜਿਹੜੀ ਹੈ, ਚਲੋ ਬਾਹਰਲੀ ਸਫਾਈ ਤਾਂ ਹੋ ਗਈ, ਉਹ ਤਾਂ ਆਪਾਂ ਰੱਖਣੀ ਆ, ਮਨ ਵੀ ਸਾਫ ਰੱਖਣਾ। ਬਿਲਕੁਲ। ਵੇਖੋ ਜੀ, ਜੇ ਮਨ ਸਾਫ ਹੋਊਗਾ ਤੇ ਫਿਰ ਸਾਰਾ ਕੁਝ ਹੀ ਸਾਫ ਹੋਊਗਾ। ਬਿਲਕੁਲ। ਜੇ ਮਨ, ਇਹ ਬੜੀ ਵੱਡੀ ਗੱਲ ਕੀਤੀ ਤੁਸੀਂ। ਉਹ ਕਹਿੰਦੇ ਹੁੰਦੇ ਆ, ਜੇ ਮਨ ਚੰਗਾ ਕਠੌਤੀ ਮੈਂ ਗੰਗਾ, ਹੈਨਾ। ਸੋ ਇਸ ਕਰਕੇ ਜਦੋਂ ਮਨ ਸਾਫ ਆ ਨਾ ਤੇ ਸਾਰਾ ਕੁਝ ਹੀ ਸਾਫ ਹੋ ਜਾਂਦਾ। ਸਾਰਾ ਕੁਝ ਸਾਫ ਆ। ਮੰਡੀਆਂ ਦੇ ਭਾਅ ਆਏ ਆ, ਪੜੋ ਜੀ, ਸੁਣਾਓ ਜੀ। ਮੰਡੀਆਂ ਦੇ ਅੱਜ ਜਿਹੜੇ ਭਾਅ ਆ ਜੀ, ਆਲੂ ਜਲੰਧਰ ਵਿਕਿਆ 170 ਰੁਪਏ, ਅੰਮ੍ਰਿਤਸਰ 400 ਰੁਪਏ ਕੁਇੰਟਲ, ਖੰਨਾ 500 ਰੁਪਏ ਕੁਇੰਟਲ, ਮਾਨਸਾ 600 ਰੁਪਏ ਕੁਇੰਟਲ, ਫਾਜ਼ਿਲਕਾ 700 ਰੁਪਏ ਕੁਇੰਟਲ ਤੇ ਪਟਿਆਲਾ ਵੀ 700 ਰੁਪਏ ਕੁਇੰਟਲ ਆਲੂ ਵਿਕਿਆ ਅੱਜ ਜੀ। ਗੰਢੇ ਅੱਜ ਜਲੰਧਰ ਵਿਕੇ 800 ਰੁਪਏ, ਅੰਮ੍ਰਿਤਸਰ 1000 ਰੁਪਏ, ਖੰਨਾ 1300 ਰੁਪਏ ਕੁਇੰਟਲ, ਮਾਨਸਾ 1100 ਰੁਪਏ ਕੁਇੰਟਲ, ਫਾਜ਼ਿਲਕਾ 1400 ਰੁਪਏ ਕੁਇੰਟਲ ਤੇ ਪਟਿਆਲਾ 1200 ਰੁਪਏ ਕੁਇੰਟਲ ਪਿਆਜ਼ ਵਿਕਿਆ ਜੀ। ਟਮਾਟਰ ਜਲੰਧਰ 1100 ਰੁਪਏ, ਅੰਮ੍ਰਿਤਸਰ 800 ਰੁਪਏ, ਖੰਨਾ 1300 ਰੁਪਏ ਕੁਇੰਟਲ ਤੇ ਮਾਨਸਾ ਵੀ 1300 ਰੁਪਏ ਕੁਇੰਟਲ, ਫਾਜ਼ਿਲਕਾ 1200 ਰੁਪਏ ਕੁਇੰਟਲ ਤੇ ਪਟਿਆਲਾ 1000 ਰੁਪਏ ਕੁਇੰਟਲ ਟਮਾਟਰ ਵਿਕਿਆ ਜੀ। ਬਿਲਕੁਲ ਜੀ। ਅੱਗੇ ਆ ਗਿਆ ਜੀ ਬੈਂਗਣ। ਜਲੰਧਰ ਵਿਕਿਆ ਜੀ ਬੈਂਗਣ 700 ਰੁਪਏ ਕੁਇੰਟਲ, ਅੰਮ੍ਰਿਤਸਰ ਵਿਕਿਆ 600 ਰੁਪਏ ਕੁਇੰਟਲ, ਖੰਨਾ 500 ਰੁਪਏ ਕੁਇੰਟਲ ਤੇ ਆ ਮਾਨਸਾ, ਫਾਜ਼ਿਲਕਾ ਤੇ ਪਟਿਆਲਾ ਸਲਾਨਾ ਵਿਕਿਆ 1000 ਰੁਪਏ ਕੁਇੰਟਲ। ਤਿੰਨਾਂ ਹੀ ਥਾਵਾਂ ਤੇ। ਘੀਆ ਜਲੰਧਰ ਵਿਕਿਆ 500 ਰੁਪਏ ਕੁਇੰਟਲ, ਅੰਮ੍ਰਿਤਸਰ 800 ਰੁਪਏ ਕੁਇੰਟਲ, ਖੰਨਾ 600 ਰੁਪਏ ਕੁਇੰਟਲ, ਮਾਨਸਾ 1200 ਰੁਪਏ ਕੁਇੰਟਲ,
ਫਾਜ਼ਿਲਕਾ ਵੀ 1200 ਰੁਪਏ ਕੁਇੰਟਲ ਤੇ ਪਟਿਆਲਾ ਵੀ 1200 ਰੁਪਏ ਕੁਇੰਟਲ। ਇਹ ਸਲਾਹ ਹੁੰਦੀ ਇਹ ਵੀ ਸਲਾਹ ਵਾ। ਸੋ ਇਹ ਤਾਂ ਸੀਗੇ ਜੀ ਮੰਡੀਆਂ ਦੇ ਭਾਅ ਜਿਹੜੇ ਆਪਾਂ ਸੁਣਾਤੇ ਤੁਹਾਨੂੰ। ਹਾਂਜੀ, ਹੁਣ ਆਪਾਂ ਗੱਲ ਕਰਾਂਗੇ ਡਾਕਟਰ ਸਾਹਿਬ ਨਾਲ। ਬਿਲਕੁਲ। ਜਿੱਦਾਂ ਕਿ ਆਪਾਂ ਤੁਸੀਂ ਥੋੜਾ ਜਿਹਾ ਦੱਸਿਆ, ਮੈਂ ਵੀ ਪਹਿਲਾਂ ਗੱਲ ਕੀਤੀ ਆ ਹਾਂਜੀ ਹਾਂਜੀ ਸਬਜ਼ੀਆਂ ਦੀ ਕਾਸ਼ਤ ਹਨਾ, ਇਹਦੇ ਬਾਰੇ ਗੱਲਾਂ ਕਰਨੀਆਂ ਤੇ ਗੱਲਾਂ ਕਰਨੀਆਂ ਘਰੇਲੂ ਬਗੀਚੀ ਦੀਆਂ। ਬਿਲਕੁਲ। ਘਰੇਲੂ ਬਗੀਚੀ 'ਚ ਸਬਜ਼ੀਆਂ ਦੀ ਕਾਸ਼ਤ, ਇਹ ਸਾਡਾ ਅੱਜ ਦਾ ਵਿਸ਼ਾ ਆ। ਠੀਕ ਹੈ ਜੀ, ਇਹਦੇ ਤੇ ਆਪਾਂ ਤੁਹਾਡੇ ਨਾਲ ਗੱਲ ਕਰਨੀ ਆ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਸਾਨੂੰ ਇਸ ਵਿਸ਼ੇ ਤੇ ਕੋਈ ਵੀ ਸਵਾਲ ਪੁੱਛਣਾ ਹੋਵੇ, ਤੁਸੀਂ ਸਾਨੂੰ ਫੋਨ ਕਰੋ ਤੇ ਡਾਕਟਰ ਸਾਹਿਬ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਤੁਸੀਂ ਸਾਡਾ ਫੋਨ ਨੰਬਰ ਜਿਹੜਾ ਉਹ ਨੋਟ ਕਰ ਲਓ। ਫੋਨ ਨੰਬਰ ਹੈ 0181 281 42 61 ਤੇ ਦੂਜਾ ਸਾਡਾ ਨੰਬਰ ਹੈ 0181 281 42 64। ਤੇ ਡਾਕਟਰ ਸਾਹਿਬ, ਜਦੋਂ ਤੱਕ ਆਪਣੇ ਕਿਸਾਨ ਵੀਰ ਭੈਣ ਕੋਈ ਫੋਨ ਕਰਦੇ ਆ, ਆਪਾਂ ਸਵਾਲ ਸ਼ੁਰੂ ਕਰੀਏ। ਬਿਲਕੁਲ ਜੀ। ਸਬਜ਼ੀਆਂ ਦੀ ਕਾਸ਼ਤ ਤਾਂ ਇੱਕ ਗੱਲ ਹੋ ਗਈ। ਹਾਂਜੀ। ਹੁਣ ਇਹਦੇ ਜਿਹੜਾ ਤੁਸੀਂ ਅੱਜ ਵਿਸ਼ਾ ਆ, ਇਹਦੇ ਵਿੱਚ ਖਾਸ ਗੱਲ ਆ ਘਰੇਲੂ ਬਗੀਚੀ 'ਚ ਸਬਜ਼ੀਆਂ। ਹਾਂ, ਬਿਲਕੁਲ। ਹੁਣ ਜਦੋਂ ਅਸੀਂ ਇਹ ਗੱਲ ਕਰਦੇ ਆ, ਸਪੈਸ਼ਲ ਅਸੀਂ ਇਹ ਕਹਿੰਦੇ ਆ ਘਰੇਲੂ ਬਗੀਚੀ 'ਚ ਸਬਜ਼ੀਆਂ ਦੀ ਕਾਸ਼ਤ, ਇਹਦੇ ਤੋਂ ਕੀ ਭਾਵ ਹੈ ਜੀ ਤੁਹਾਡਾ? ਵਾਹ, ਜਿਵੇਂ ਕਿ ਜੀ ਤੁਸੀਂ ਹੁਣੇ ਗੱਲ ਕੀਤੀ ਆ ਕਰੋਨਾ ਦੇ ਬਾਰੇ। ਸੋ ਕਰੋਨਾ ਦੀ ਜਿਹੜੀ ਮਹਾਂਮਾਰੀ ਚੱਲ ਰਹੀ ਆ, ਇਹਦਾ ਵੀ ਬਹੁਤ ਅਸਰ ਪਿਆ ਹਰ ਇੱਕ ਚੀਜ਼ ਤੇ। ਤੇ ਮੈਂ ਸਮਝਦਾ ਵੀ ਇਹਦੇ ਵਿੱਚ ਸਾਨੂੰ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਵਾਸਤੇ, ਚੰਗੀ ਵਧੀਆ ਰੱਖਣ ਵਾਸਤੇ, ਹਰ ਇੱਕ ਚੀਜ਼ ਦੇ ਵਿੱਚ, ਖਾਣ ਵਾਲੀ ਦੇ ਵਿੱਚ, ਲਿਆਉਣ ਵਾਲੀ ਦੇ ਵਿੱਚ ਬਹੁਤ ਸਾਫ਼ ਸਫਾਈ ਰੱਖਣੀ ਚਾਹੀਦੀ ਆ। ਜਦੋਂ ਅਸੀਂ ਬਾਜ਼ਾਰ ਦੇ ਵਿੱਚੋਂ ਸਬਜ਼ੀ ਖਾਣ ਵਾਸਤੇ ਸਾਡੀ ਜਿਹੜੀ ਮੁੱਖ ਲੋੜ ਆ ਲਿਆਉਨੇ ਆ, ਤਾਂ ਉਹਦੇ ਵਿੱਚ ਇੱਕ ਤਾਂ ਸਾਫ਼ ਸਫਾਈ ਨਹੀਂ ਹੁੰਦੀ, ਦੂਸਰਾ ਲੋੜ ਤੋਂ ਵੱਧ ਕਈ ਵਾਰ ਕੀਟਨਾਸ਼ਕ ਜ਼ਹਿਰਾਂ ਦੀ ਸਪਰੇਅ ਹੁੰਦੀ ਆ, ਜਿਹੜੇ ਕਿ ਸਾਡੀ ਸਿਹਤ ਨੂੰ ਬਹੁਤ ਖਰਾਬ ਕਰਦੀਆਂ। ਸੋ ਉਹਦੇ ਵਾਸਤੇ ਅਸੀਂ ਆਪਣੇ ਘਰ ਦੇ ਵਿੱਚ ਸਬਜ਼ੀ ਦੀ ਲੋੜ ਨੂੰ, ਘਰ ਦੇ ਵਿੱਚ ਹੀ ਜਿਹੜੀ ਸਬਜ਼ੀ ਉਗਾਉਂਦੇ ਆ, ਉਹਨੂੰ ਅਸੀਂ ਘਰ ਬਗੀਚੀ ਕਹਿੰਦੇ ਆ। ਠੀਕ ਹੈ। ਜਿਹਦੇ ਵਿੱਚੋਂ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਜਦੋਂ ਚਾਹੀਏ ਉਸੇ ਵੇਲੇ ਸਬਜ਼ੀ, ਤਾਜ਼ੀ ਸਬਜ਼ੀ ਜਿਹੜੀ ਆ ਉਹ ਤੋੜ ਸਕਦੇ ਆ ਤੇ ਆਪਣੀ ਖੁਰਾਕੀ ਤੱਤਾਂ ਦੀ ਜਿਹੜੀ ਪੂਰਤੀ ਉਹ ਵਧੀਆ ਤਰੀਕੇ ਦੇ ਨਾਲ ਕਰ ਸਕਦੇ। ਪੁੰਨ ਤੇ ਫਲੀਆਂ ਵਾਲੀ ਗੱਲ ਆ, ਨਾਲੇ ਸਾਫ਼ ਸੁਥਰੀ, ਨਾਲੇ ਸਿਹਤਮੰਦ, ਨਾਲੇ ਕੋਲੇ ਹੀ ਜਦੋਂ ਮਰਜ਼ੀ ਤੋੜ ਕੇ ਖਾ ਲਓ। ਸੋ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਆ ਨਾ ਘਰੇਲੂ ਬਗੀਚੀ ਦੀ, ਹਾਂਜੀ, ਦੇਖੋ ਜਿਵੇਂ ਫਲ ਫਰੂਟ ਦੀ ਗੱਲ ਕਰਦੇ ਆ ਤੇ ਡਾਕਟਰ ਕਹਿ ਦਿੰਦੇ ਨੇ ਕਿ ਇੱਕ ਮਨੁੱਖ ਨੂੰ ਇੰਨਾ ਕਿ ਇੱਕ ਦਿਨ 'ਚ ਫਰੂਟ ਖਾਣਾ ਚਾਹੀਦਾ, ਕਿਉਂ ਦੇਜਪਾਲ ਜੀ? ਬਿਲਕੁਲ ਸਹੀ। ਤੇ ਇੰਨਾ ਕਿ ਉਹਨੂੰ ਜੀ ਦੁੱਧ ਪੀਣਾ ਚਾਹੀਦਾ, ਇੰਨਾ ਦਹੀਂ ਖਾਣਾ ਚਾਹੀਦਾ। ਤੇ ਇੱਕ ਮਨੁੱਖੀ ਜੀਵਨ ਵਾਸਤੇ ਜਿਹੜੀ ਇੱਕ ਘਰੇਲੂ ਬਗੀਚੀ ਆ ਜਾਂ ਸਬਜ਼ੀਆਂ ਦੀ ਗੱਲ ਕਰਦੇ, ਉਹਦੀ ਕੀ ਮਹੱਤਤਾ ਉਹਦੇ ਜੀਵਨ ਦੇ ਵਿੱਚ ਬਣਦੀ ਆ? ਕਿਉਂਕਿ ਘਰੇਲੂ ਬਗੀਚੀ ਦੇ ਵਿੱਚ ਅਸੀਂ ਸਬਜ਼ੀਆਂ ਲਾਉਨੇ ਆ, ਇਹਦੀ ਮਨੁੱਖੀ ਖੁਰਾਕ ਦੇ ਵਿੱਚ ਬਹੁਤ ਵੱਡੀ ਮਹੱਤਤਾ ਵਾ। ਕਿਉਂਕਿ ਸਬਜ਼ੀਆਂ ਦੇ ਵਿੱਚ ਉਹ ਸਾਰੇ ਖੁਰਾਕੀ ਤੱਤ ਮੌਜੂਦ ਹੁੰਦੇ ਆ ਜਿਹੜੇ ਫਲਾਂ ਤੋਂ ਛੱਡ ਕੇ, ਜਿਹੜੇ ਹੋਰ ਖਾਣ ਵਾਲੇ ਖਾਦ ਪਦਾਰਥਾਂ ਦੇ ਵਿੱਚ ਨਹੀਂ ਹੁੰਦੇ। ਹਾਂਜੀ। ਤੇ ਮਾਹਰ ਵੀ ਇਹ ਦੱਸਦੇ ਆ ਵੀ ਸਾਨੂੰ ਆਪਣੀ ਚੰਗੀ ਸਿਹਤ ਬਰਕਰਾਰ ਰੱਖਣ ਵਾਸਤੇ 300 ਗ੍ਰਾਮ ਤਾਜ਼ੀ ਸਬਜ਼ੀ ਹਰ ਰੋਜ਼ ਇੱਕ ਵਿਅਕਤੀ ਨੂੰ ਖਾਣੀ ਚਾਹੀਦੀ। ਅੱਛਾ ਜੀ, ਵਾਹ। ਜਿਹਦੇ ਵਿੱਚੋਂ ਤਕਰੀਬਨ 120 ਗ੍ਰਾਮ ਜਿਹੜੀਆਂ ਪੱਤਿਆਂ ਵਾਲੀਆਂ ਸਬਜ਼ੀਆਂ, ਪੱਤਿਆਂ ਵਾਲੀਆਂ ਸਬਜ਼ੀਆਂ ਤੁਸੀਂ ਪਾਲਕ, ਮੇਥੀ, ਧਨੀਆ, ਇਹ ਸਾਰੀਆਂ ਆ ਜਾਂਦੀਆਂ ਜੀ। ਬਿਲਕੁਲ। ਤੇ ਇਸ ਤੋਂ ਇਲਾਵਾ 90 ਗ੍ਰਾਮ ਜੜ੍ਹਾਂ ਵਾਲੀਆਂ ਸਬਜ਼ੀਆਂ। ਜੜ੍ਹਾਂ ਵਾਲੀਆਂ ਸਬਜ਼ੀਆਂ ਮੁੱਖ ਤੌਰ ਤੇ ਗਾਜਰ, ਮੂਲੀ ਤੇ ਸ਼ਲਗਮ ਹੁੰਦੀਆਂ, ਤੇ ਬਾਕੀ 90 ਗ੍ਰਾਮ ਹੋਰ ਜਿਹੜੀਆਂ ਉਹ ਸਾਰੀਆਂ ਰਲਾ ਮਿਲਾ ਕੇ ਤੇ 300 ਗ੍ਰਾਮ ਸਾਨੂੰ ਸਬਜ਼ੀ ਪ੍ਰਤੀ ਵਿਅਕਤੀ ਹਰ ਰੋਜ਼ ਜੇ ਅਸੀਂ ਖਾਂਦੇ ਆ ਜੀ, ਤਾਂ ਫਿਰ ਅਸੀਂ ਆਪਣੀ ਸਿਹਤ ਨਰੋਈ ਰੱਖ ਸਕਦੇ ਹਾਂ। ਪਰ ਵੇਖਿਆ ਇਹ ਜਾਂਦਾ ਆਮ ਤੌਰ ਤੇ ਵੀ ਜਿਹੜੀ ਆਪਾਂ ਬਾਜ਼ਾਰੋਂ ਸਬਜ਼ੀ ਖਰੀਦ ਕੇ ਲਿਆਉਨੇ ਆ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਉਹਦੇ ਤੇ ਲੋੜ ਤੋਂ ਵੱਧ ਕੀਟਨਾਸ਼ਕ ਜ਼ਹਿਰਾਂ ਦੀ ਸਪਰੇਅ ਹੁੰਦੀ ਹੈ। ਬਿਲਕੁਲ। ਦੂਸਰਾ, ਉਹ ਸਾਨੂੰ ਤਾਜ਼ੀ ਸਬਜ਼ੀ ਨਹੀਂ ਮਿਲਦੀ। 1-2 ਦਿਨ ਦੀ ਬਈ ਸਬਜ਼ੀ ਮਿਲਦੀ ਬਾਜ਼ਾਰ ਦੇ ਵਿੱਚੋਂ, ਤੇ ਉਹ ਜਦੋਂ ਅਸੀਂ ਖਾਂਦੇ ਆ ਉਹਦੇ ਨਾਲ ਖੁਰਾਕੀ ਤੱਤਾਂ ਦੀ ਸਾਡੀ ਜਿਹੜੀ ਪੂਰਤੀ ਆ ਉਹ ਨਹੀਂ ਹੁੰਦੀ। ਇਸ ਤੋਂ ਇਲਾਵਾ ਸਾਡਾ ਸਮਾਂ ਬਰਬਾਦ ਹੁੰਦਾ ਤੇ ਸਾਡੇ ਪੈਸੇ ਵੀ ਨਸ਼ਟ ਜਾਂਦੇ ਜੀ। ਡਾਕਟਰ ਸਾਹਿਬ, ਇੱਕ ਫੋਨ ਆਇਆ, ਫੋਨ ਲੈ ਲਈਏ ਆਪਾਂ। ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਰਵੀਕਾਂਤ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਜ਼ਿਲ੍ਹਾ ਫਾਜ਼ਿਲਕਾ ਤੋਂ ਜੀ। ਰਵੀਕਾਂਤ ਜੀ, ਸਵਾਲ ਪੁੱਛੋ ਜੀ। ਜੀ ਡਾਕਟਰ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ, ਜਿਹੜੇ ਕਿ ਅੱਜ ਜਿਹੜਾ ਵਿਸ਼ਾ ਚੱਲ ਰਿਹਾ ਘਰੇਲੂ ਬਗੀਚੀ ਦਾ, ਦੇ ਵਿੱਚ ਯੂਨੀਵਰਸਿਟੀ ਤੋਂ ਕਿੰਨੀਆਂ ਹੀ ਕਿੱਟਾਂ ਜਿਹੜੀਆਂ ਹੈਗੀਆਂ ਨੇ, ਬੀਜਾਂ ਦੀਆਂ ਕਿੱਟਾਂ ਜੀ, ਉਹ ਵੰਡੀਆਂ ਜਾਂਦੀਆਂ ਨੇ, ਤੇ ਉਹ ਸਾਡੇ ਲਈ ਘਰੇਲੂ ਬਗੀਚੀ ਲਗਾਉਣ ਦਾ ਇੱਕ ਬਹੁਤ ਹੀ ਵਧੀਆ ਸਾਧਨ ਹਨ। ਤੇ ਉਹਨਾਂ ਤੋਂ ਅਸੀਂ ਬਹੁਤ ਲਾਹਾ ਲੈ ਰਹੇ ਹਾਂ ਜੀ। ਪਿਛਲੇ 20-25 ਸਾਲਾਂ ਤੋਂ ਮੈਂ ਤਾਂ ਉਹ ਯੂਜ਼ ਕਰ ਰਿਹਾ ਜੀ। ਬਹੁਤ ਵਧੀਆ ਬੀਜ ਹੁੰਦੇ ਉਹਦੇ ਵਿੱਚ ਯੂਨੀਵਰਸਿਟੀ ਦੇ ਪੈਦਾ ਕੀਤੇ ਹੋਏ। ਇਸ ਤੋਂ ਇਲਾਵਾ ਮੈਂ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਇਹ ਉਪਰਾਲਾ ਜਿਹੜਾ ਹੈਗਾ, ਜਿਸ ਤਰ੍ਹਾਂ ਅੱਜ ਕੱਲ੍ਹ ਵੇਲਾਂ ਵਾਲੀਆਂ ਫਸਲਾਂ ਦਾ ਸੀਜ਼ਨ ਚੱਲਣਾ ਹੈ, ਤੇ ਅਗਰ 2-2 ਬੀਜ ਵੀ ਉਹ ਇੱਕ-ਇੱਕ ਤੋਰੀ ਦੇ, ਕੱਦੂ ਦੇ, ਘੀਏ ਦੇ, ਕਰੇਲੇ ਦੇ ਲਗਾ ਦੇਣ
ਤਾਂ ਉਹਨਾਂ ਨੂੰ ਸਾਰਾ ਸੀਜ਼ਨ ਜਿਹੜਾ ਹੈਗਾ ਬਾਜ਼ਾਰ ਦੀ ਜਿਹੜੀ ਸਬਜ਼ੀ ਲਿਆਉਣ ਦੀ ਜ਼ਰੂਰਤ ਹੀ ਨਹੀਂ ਪੈਣੀ। ਬਿਲਕੁਲ ਜੀ, ਬਿਲਕੁਲ ਬਹੁਤ ਹੀ ਜ਼ਰੂਰੀ ਕੰਮ ਹੈ ਤੇ ਇਹ ਅਸਾਂ ਕਿਸੇ ਲਈ ਨਹੀਂ ਕਰਨਾ, ਅਸੀਂ ਆਪ ਦੇ ਲਈ ਕਰਨਾ ਹੈ ਤੇ ਇਹ ਸਾਰੇ ਕਿਸਾਨ ਵੀਰ ਇਹਨੂੰ ਜ਼ਰੂਰ ਕਰਨ। ਧੰਨਵਾਦ ਜੀ। ਜੀ ਜੀ ਜੀ। ਆ ਤਾਂ ਵਾਕਈ ਰਵੀਕਾਂਤ ਜੀ ਤਾਂ ਵਾਕਿਆ ਜੀ ਪੂਰੀ ਗੱਲਬਾਤ ਹੀ ਦੱਸ ਗਏ। ਦੇਖੋ ਜਿਹਨੇ ਹੱਥੀਂ ਕੰਮ ਕੀਤਾ ਉਹਨੂੰ ਸਾਰਾ ਹਨਾ, ਪਤਾ, ਉਹਨਾਂ ਦਾ ਸਾਰਾ ਪਤਾ ਹੁੰਦਾ, ਉਹਨਾਂ ਦਾ ਐਕਸਪੀਰੀਅੰਸ ਆ, ਨਾਲੇ ਉਹ ਦੱਸਦੇ ਆ ਵੀ ਇਹ ਯੂਨੀਵਰਸਿਟੀ ਦੇ ਨਾਲ ਹੀ ਜੁੜੇ ਹੋਏ ਆ। ਬਿਲਕੁਲ ਜੀ, ਬੜੀ ਵਧੀਆ ਗੱਲ, ਬੜੀ ਉਹ ਸਾਡੇ ਨਾਲ ਯੂਨੀਵਰਸਿਟੀ ਨਾਲ ਨੇੜਤਾ ਦੇ ਨਾਲ ਜੁੜੇ ਹੋਏ। ਬਿਲਕੁਲ, ਕਿਉਂਕਿ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ। ਸਾਡੇ ਅੱਜ ਕੱਲ ਜਿਹੜੇ ਗਾਂ ਬੱਚੇ ਆ ਜੀ, ਉਹਨਾਂ ਦਾ ਖੇਤੀ ਦੇ ਵਿੱਚੋਂ ਕੁਝ ਰੁਝਾਨ ਘਟ ਰਿਹਾ ਔਰ ਇਹ ਉਹਨਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਜੁੜੇ ਆ। ਜੀ ਜੀ, ਜਿਵੇਂ ਉਹਨਾਂ ਗੱਲ ਕੀਤੀ, ਅਸੀਂ ਪਿਛਲੇ ਜਦੋਂ ਤੋਂ ਵੀ ਯੂਨੀਵਰਸਿਟੀ ਚੱਲੀ ਉਸ ਤੋਂ ਹੀ ਇਹ ਜਿਹੜੀਆਂ ਸਬਜ਼ੀਆਂ ਦੀਆਂ ਕਿੱਟਾਂ ਜਿਵੇਂ ਉਹਨਾਂ ਨੇ ਕਿਹਾ ਨਾ, ਅੱਛਾ ਜੀ, ਅਸੀਂ ਲੈਨੇ ਆ। ਚੰਗਾ ਕੀਤਾ ਤੁਸੀਂ ਦਿਖਾਉਣ ਨੂੰ ਲਿਆਏ ਆ। ਇਹ ਸਬਜ਼ੀਆਂ ਦੀਆਂ ਜਿਹੜੀਆਂ ਕਿੱਟਾਂ ਕਿਸਾਨ ਭਰਾਵਾਂ ਨੂੰ ਦੇ ਰਹੇ ਆ। ਅੱਛਾ ਜੀ, ਇਹ ਜਿਹੜੀ ਸਬਜ਼ੀਆਂ ਦੀਆਂ ਵਿੱਚ ਗਰਮੀ ਵਾਲੀਆਂ ਸਬਜ਼ੀਆਂ ਦੇ ਵਿੱਚ ਅਸੀਂ 10 ਬੀਜ ਹੁੰਦੇ ਆ, ਜਿਵੇਂ ਉਹਨਾਂ ਨੇ ਕਿਹਾ ਕੱਦੂ ਜਾਤੀ ਵਾਲੀਆਂ ਤੇ ਉਸ ਤੋਂ ਇਲਾਵਾ ਭਿੰਡੀ, ਲੋਬੀਆ, ਇਹ ਸਾਰੇ 10 ਬੀਜ। ਹੁਣ ਇਹ ਜਿਹੜੀ ਕਿੱਟ ਤੁਸੀਂ ਦਿਖਾ ਰਹੇ ਹੋ, ਇਸ ਕਿੱਟ 'ਚ ਸਾਰੇ ਬੀਜ ਆ, ਥੋੜੇ 10 ਬੀਜ ਆ ਜਿਹੜੇ ਕਿ ਮੁੱਖ ਤੌਰ ਦੇ ਉੱਤੇ ਸਾਰੇ ਗਰਮੀਆਂ ਦੇ ਵਿੱਚ ਜਿਹੜੇ ਆ ਉਹ ਲੱਗਦੇ ਆ। ਤੇ ਇਸੇ ਦੇ ਨਾਲ ਹੀ ਅਸੀਂ ਇਹ ਕੱਲੇ ਬੀਜ ਵੀ, ਜੇ ਕਿਸੇ ਕਿਸਾਨ ਵੀਰ ਨੂੰ ਕੱਲੀ ਸਬਜ਼ੀ ਦੀ ਲੋੜ ਆ, ਉਹਦੇ ਵਿੱਚ ਵੀ ਅਸੀਂ ਇਦਾਂ ਛੋਟੇ ਪੈਕਟ ਬਣਾਉਣੇ ਆ। ਜਿਵੇਂ ਇਹ ਭਿੰਡੀ ਦਾ ਪੈਕਟ ਆ 100 ਗ੍ਰਾਮ ਦਾ, ਇਸ ਤਰ੍ਹਾਂ ਦੂਜੀਆਂ ਸਬਜ਼ੀਆਂ ਦੇ ਵੀ ਆ, ਉਹ ਵੀ ਜਿਹੜਾ ਵਾ ਇਹ ਸਬਜ਼ੀ ਨੂੰ ਆਪਣੇ ਘਰ ਦੇ ਵਿੱਚ ਉਹਨੂੰ ਲਾ ਸਕਦੇ ਆ। ਜੀ ਜੀ, ਸੋ ਇਸ ਤਰੀਕੇ ਦੇ ਨਾਲ ਜੇ ਅਸੀਂ ਲਾ ਲਈਏ ਇਹ ਸਬਜ਼ੀ, ਤੇ ਮੈਂ ਦੱਸਦਾ ਵੀ ਇਹ ਜਿਹੜੀ ਇੱਕ ਕਿੱਟ ਆ ਤਕਰੀਬਨ 10 ਮਰਲੇ ਜਗ੍ਹਾ ਦੇ ਵਿੱਚ ਸਬਜ਼ੀ ਇਹ ਜਿਹੜੀ ਆ ਲੱਗ ਸਕਦੀ। ਤੇ ਸਾਡੀ ਜਿਹੜੀ ਆ ਖਾਸ ਕਰਕੇ ਪੇਂਡੂ ਹਾਲਤਾਂ ਦੇ ਵਿੱਚ, ਕਿਉਂਕਿ ਉੱਥੇ ਜਗ੍ਹਾ ਬਥੇਰੀ ਹੁੰਦੀ ਹੈ, ਕਈ ਵਾਰ ਸਾਡੀ ਪਨੀਰੀ ਵਾਲੀ ਜਾਂ ਘਰ ਦੇ ਲਾਗੇ ਉਦਾਂ ਹੀ ਜਗ੍ਹਾ ਪਈ ਹੁੰਦੀ ਹੈ, ਤੇ ਜੇ ਉੱਥੇ ਅਸੀਂ ਲਾ ਦਈਏ ਤਾਂ ਅਸੀਂ ਇਹਦੇ ਵਿੱਚੋਂ ਘਰ ਦੀ ਜਿਹੜੀ ਸਬਜ਼ੀ ਆ ਉਹ ਖਾ ਸਕਦੇ ਹਾਂ। ਪਹਿਲਾਂ ਤੁਸੀਂ ਦੇਖਿਆ ਹੋਣਾ ਪਹਿਲੇ ਸਮਿਆਂ ਦੇ ਵਿੱਚ ਜਦੋਂ ਵੀ ਕੋਈ ਕੰਮ ਆਪਾਂ ਘਰਾਂ ਦੇ ਵਿੱਚ ਰੱਖਦੇ ਸੀਗੇ ਔਰ ਘਰ ਦੇ ਜਿਹੜੇ ਪਰਿਵਾਰਕ ਮੈਂਬਰ ਜ਼ਿਆਦਾ ਖੇਤੀ ਕਰਦੇ ਸੀਗੇ, ਉਹ ਸਵੇਰ ਘੰਟਾ 2 ਘੰਟੇ ਘਰੇਲੂ ਬਗੀਚੀ ਦੇ ਵਿੱਚ ਲਾ ਕੇ ਉਹਦੀ ਗੋਡੀ ਵਗੈਰਾ ਕਰਕੇ ਤਾਂ ਫੇਰ ਉਹ ਬਾਹਰ ਦੇ ਦੂਜੇ ਕੰਮ ਐਕਸਰਸਾਈਜ਼ ਹੋ ਜਾਂਦੀ ਸੀ। ਬਿਲਕੁਲ ਤੇ ਉਹਦੇ ਨਾਲ ਹੀ ਘੰਟੇ ਦੇ ਵਿੱਚ ਹੀ ਜੇ ਲਾ ਦਿਓ 1 ਘੰਟਾ ਸਵੇਰੇ ਸਬਜ਼ੀ 'ਚ, ਤੇ ਸਾਰੇ ਤੁਹਾਡੀ ਸਬਜ਼ੀ ਜਿਹੜੀ ਆ ਖਾਣ ਵਾਸਤੇ ਤੁਹਾਡੀ ਘਰ ਤੋਂ ਹੀ ਵਧੀਆ ਮਿਲ ਜਾਂਦੀ। ਡਾਕਟਰ ਸਾਹਿਬ ਫੋਨ ਇੱਕ ਹੋਰ ਆ ਗਿਆ ਜੀ, ਫੋਨ ਲੈ ਲਈ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਹੋ, ਕਿਹੜੇ ਪਿੰਡ ਤੋਂ ਬੋਲਦੇ ਹੋ? ਪਿਆਰਾ ਸਿੰਘ ਗੋਮਤੀ ਕਲਾਂ, ਜ਼ਿਲ੍ਹਾ ਬਠਿੰਡਾ ਜੀ। ਜੀ ਪਿਆਰਾ ਸਿੰਘ ਜੀ, ਸਵਾਲ ਪੁੱਛੋ ਜੀ। ਬੇਨਤੀ ਹੈ ਜੀ, ਸਾਡੇ ਨਾਲ ਘਰੇਲੂ ਸਬਜ਼ੀ ਲਾਈ ਗਈ ਜੀ, ਹਲਕੇ ਸਾਲੇ ਮੈਂ ਵਧੀਆ ਲਾਉਣਾ ਸਾਰਾ ਕੁਝ ਹੀ। ਅੱਛਾ ਜੀ, ਮੋਥਾ ਵਾਲਾ ਹੁੰਦਾ ਜੀ ਅੱਜ ਕੱਲ੍ਹ ਵਾਲਿਆਂ 'ਚ, ਹੁਣ ਗੰਢਾਂ 'ਚ ਵੀ ਮੋਥਾ ਬਹੁਤ ਹੋਇਆ ਵਾ, ਕਈ ਵਾਰੀ ਗੁੱਡਿਆ ਫੇਰ ਅੱਛਾ ਜੀ, ਮੋਥਾ ਬਹੁਤ ਜਿਹੜਾ ਮੋਥਾ ਹੈ ਜੀ, ਇਹਦੀ ਬੜੀ ਵੱਡੀ ਸਮੱਸਿਆ ਵਾ ਮੋਥੇ ਦੀ, ਤੇ ਇਹਦੇ ਵਾਸਤੇ ਅਸੀਂ ਖੋਜ ਕਰ ਰਹੇ ਹਾਂ। ਇਹਦੇ ਵਾਸਤੇ ਦਵਾਈ ਅਜੇ ਤੱਕ ਕੋਈ ਬਹੁਤੀ ਇਫੈਕਟਿਵ ਨਹੀਂ ਆਈ, ਲੇਕਿਨ ਸਾਡੀ ਖੋਜ ਜਾਰੀ ਆ, ਉਮੀਦ ਆਉਣ ਵਾਲੇ ਸਮੇਂ ਤੇ ਆ ਜਾਊਗੀ। ਪਰ ਇਹਦਾ ਇੱਕੋ ਇੱਕ ਹੱਲ ਆ ਮੋਥੇ ਦਾ, ਵੀ ਜਿੱਥੇ ਹੋਵੇ ਇੱਕ ਤਾਂ ਉਸ ਜ਼ਮੀਨ ਦੇ ਵਿੱਚ ਝੋਨਾ ਲਾਇਆ ਜਾਵੇ। ਅੱਛਾ ਜੀ, ਕੱਦੂ ਕਰਕੇ ਜੇ ਝੋਨਾ ਲਾਇਆ ਜਾਵੇ ਉਹਦੇ ਨਾਲ ਵੀ ਮਰ ਜਾਂਦਾ, ਤੇ ਦੂਸਰਾ ਇਹਨੂੰ ਜੜ੍ਹਾਂ ਦੇ ਵਿੱਚੋਂ ਚੰਗੀ ਤਰ੍ਹਾਂ ਗੋਡੀ ਕਰਕੇ ਇਹਦੀਆਂ ਵਿੱਚੋਂ ਗੰਢੀਆਂ ਜਿਹੜੀਆਂ ਨਾ ਉਹ ਕੱਢ ਕੇ ਬਾਹਰ ਸੁੱਟੀਆਂ ਜਾਣ, ਤਾਂ ਉਹਦੇ ਨਾਲ ਇਹਦਾ ਜਿਹੜਾ ਮੋਥੇ ਦਾ ਖਾਤਮਾ ਜਿਹੜਾ ਵਾ ਉਹ ਅਸੀਂ ਕਰ ਸਕਦੇ ਜੀ। ਅੱਛਾ ਡਾਕਟਰ ਸਾਹਿਬ, ਹੁਣ ਜਿੱਦਾਂ ਆਪਾਂ ਖੇਤੀਬਾੜੀ ਦੀ ਗੱਲ ਕਰਦੇ ਹਾਂ, ਖੇਤੀਬਾੜੀ ਯੂਨੀਵਰਸਿਟੀ ਆਪਣੀ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਆ, ਹਾਂਜੀ, ਖੋਜਾਂ ਕੀਤੀਆਂ, ਹਰ ਚੀਜ਼ ਨੂੰ ਉਹਨੇ ਉੱਥੇ ਉਗਾ ਕੇ ਦੇਖਿਆ, ਉਹਨੂੰ ਜੋ ਉਹਨੂੰ ਚਾਹੀਦਾ ਉਹ ਪ੍ਰੋਪਰ ਸਾਰਾ ਕੁਝ ਪਾ ਕੇ ਉਹਦੇ ਵਿੱਚ ਫੇਰ ਕਰਦੇ ਆ। ਹਾਂਜੀ, ਜਦੋਂ ਆਪਾਂ ਘਰੇਲੂ ਬਗੀਚੀ ਦੀ ਗੱਲ ਕਰਦੇ ਆ, ਉਦੋਂ ਵੀ ਤੁਹਾਡੇ ਕੋਲ ਕੋਈ ਮਾਡਲ ਹੈਗਾ ਇਹਦਾ ਜਿਹਦੇ ਤੋਂ ਤੁਸੀਂ ਇਹ ਦੇਖਿਆ ਹੋਵੇ ਵੀ ਇਸ ਹਿਸਾਬ ਨਾਲ ਘਰੇਲੂ ਬਗੀਚੀ ਉਗਾਈ ਜਾਵੇ, ਜਿਹੜੀ ਤੁਸੀਂ ਅੱਜ ਸਾਡੇ ਕਿਸਾਨ ਵੀਰਾਂ ਨੂੰ ਦੱਸ ਰਹੇ ਹੋ ਵੀ ਹਾਂ ਵੀ ਇਦਾਂ ਉਗਾਓ? ਇਹਦੇ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਮੇਂ-ਸਮੇਂ ਤੇ ਅਸੀਂ ਮਾਡਲ ਦਿੱਤੇ ਆ ਕਿਸਾਨ ਭਰਾਵਾਂ ਨੂੰ, ਬਿਲਕੁਲ ਸਬਜ਼ੀ ਪੈਦਾ ਕਰਨ ਵਾਸਤੇ ਜੀ। ਇਹ ਜਿਹੜਾ ਅਸੀਂ ਪਿੱਛੇ ਇੱਕ ਮਾਡਲ ਦਿੱਤਾ, ਜਿਵੇਂ ਸ਼ਹਿਰਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਲਾਗੇ ਅਰਧ ਸ਼ਹਿਰੀ ਏਰੀਆ ਵਾ, ਜਿੱਥੇ ਜ਼ਮੀਨ ਬਹੁਤ ਕੀਮਤੀ ਹੁੰਦੀ ਆ ਤੇ ਲੋਕਾਂ ਦੇ ਕੋਲ ਜਗ੍ਹਾ ਨਹੀਂ ਹੁੰਦੀ ਸਬਜ਼ੀ ਲਾਉਣ ਦੀ, ਉਹਦੇ ਵਾਸਤੇ ਅਸੀਂ ਮਾਡਲ ਦਿੱਤਾ ਇੱਕ 36 ਸਕੁਅਰ ਮੀਟਰ ਦਾ, 6 ਮੀਟਰ ਉਹਨੂੰ ਜਗੀ 6 ਮੀਟਰ ਉਹਨੂੰ 36 ਸਕੁਅਰ ਮੀਟਰ ਦੇ ਵਿੱਚ ਅਸੀਂ ਜਿਹੜੀਆਂ ਸਬਜ਼ੀਆਂ ਗਾ ਸਕਦੇ ਹਾਂ। ਠੀਕ ਹੈ ਜੀ। ਸਰਦੀਆਂ ਦੀਆਂ ਔਰ ਗਰਮੀਆਂ ਦੀਆਂ ਅਦਲ ਬਦਲ ਕੇ ਸਬਜ਼ੀਆਂ ਤਕਰੀਬਨ ਅਸੀਂ 27 ਸਬਜ਼ੀਆਂ ਲਾ ਸਕਦੇ ਹਾਂ ਉਹਦੇ ਵਿੱਚ। ਵਾਹ ਜੀ ਵਾਹ, ਸਾਰੀਆਂ ਹੀ ਆ ਗਈਆਂ, 27 ਸਬਜ਼ੀਆਂ ਸਾਰੀਆਂ ਹੀ ਆ ਗਈਆਂ। ਔਰ ਜਦੋਂ ਇਹ ਜਿਹੜੀਆਂ ਸਬਜ਼ੀਆਂ ਲਾਉਣੀਆਂ 6 ਮੀਟਰ ਦੇ ਵਿੱਚ ਅਸੀਂ 5 ਬੈੱਡ ਤਿਆਰ ਕਰਦੇ ਹਾਂ। ਅੱਛਾ ਜੀ। ਬੈੱਡ ਜਿਹੜੇ ਕਰਦੇ ਹਾਂ ਤਿਆਰ, ਉਹ ਜ਼ਮੀਨ ਤੋਂ 15 ਸੈਂਟੀਮੀਟਰ ਉੱਚੇ ਰੱਖਦੇ ਹਾਂ। ਉਹਦੇ ਉੱਤੇ ਅਸੀਂ ਸਬਜ਼ੀਆਂ ਵੱਖ-ਵੱਖ ਲਾਉਨੇ ਆ, ਤਾਂ ਕਿ ਜੇ ਕਿਤੇ ਪਾਣੀ ਵੱਧ ਘੱਟ ਹੋ ਜੇ, ਮੀਂਹ ਦਾ ਪਾਣੀ ਆ ਜੇ, ਤਾਂ ਬੈੱਡ ਦੇ ਉੱਤੇ ਸਬਜ਼ੀ ਨਾ ਖਰਾਬ ਹੋਵੇ, ਉਹ ਥੱਲੇ ਸਬਜ਼ੀ
ਜਿਹੜਾ ਪਾਣੀ ਆ ਉਹ ਥੱਲੇ ਚੱਲ ਥੱਲੇ ਜੇ ਰਹਿ ਜਾਏ। ਤੇ ਸਾਡੀ ਜਿਹੜੀ ਸਬਜ਼ੀ ਆ ਉਹਦੀ ਪੈਦਾਵਾਰ ਵਧੀਆ ਹੋਵੇ। ਇਸ ਤਰੀਕੇ ਦੇ ਨਾਲ ਇਸ ਮਾਡਲ ਦੇ ਵਿੱਚੋਂ ਅਸੀਂ ਤਕਰੀਬਨ 300 ਕਿਲੋ ਸਬਜ਼ੀ ਇੰਨੇ ਏਰੀਏ ਦੇ ਵਿੱਚੋਂ ਤਕਰੀਬਨ 1.5 ਮਰਲਾ ਜਗ੍ਹਾ ਤੁਸੀਂ ਕਹਿ ਲਓ ਜੀ 300 ਕਿਲੋ ਸਬਜ਼ੀ ਜਿਹੜੀ ਆ ਉਹ ਪੈਦਾ ਕਰ ਸਕਦੇ। ਜੀ ਡਾਕਟਰ ਸਾਹਿਬ ਫੋਨ ਇੱਕ ਹੋਰ ਆ ਗਿਆ ਜੀ। 300 ਕਿਲੋ ਸਬਜ਼ੀ ਜਿਹੜੀ ਫੋਨ ਲੈ ਲਈਏ ਆਪਾਂ ਪਹਿਲਾਂ ਠੀਕ ਇੱਥੇ ਆਉਣੇ। ਹੈਲੋ ਜੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਹੋ? ਹਾਂਜੀ ਮੈਂ ਗੋਪਾਲ ਸਿੰਘ ਬੋਲ ਰਿਹਾ ਸੁਰਾਲੇ ਤੋਂ। ਜੀ ਗੋਪਾਲ ਸਿੰਘ ਜੀ, ਸਵਾਲ ਪੁੱਛੋ ਜੀ। ਹਾਂਜੀ ਹਾਂਜੀ ਬੇਨਤੀ ਹੈ ਵੀ ਨਾ 2 ਕਹਿਰੇ ਘਰੇਲੂ ਬਗੀਚੇ ਬਤਾਊਆਂ ਦੇ ਲਾਏ ਨੇ। ਅੱਛਾ ਜੀ। ਉਹ ਨੇ ਨਾ ਉਹ ਜਿਹੜੇ ਬਤਾਊ ਨੇ ਕਾਫੀ ਵੱਡੇ ਹੋ ਗਏ ਨੇ, ਪਰ ਉਹ ਇੱਕ ਭੂੰਡੀ ਜੀ ਉੱਡਦੀ ਹੈ, ਉਹ ਸਾਰੇ ਪੱਤੇ ਨੂੰ ਖਾ ਜਾਂਦੀ ਹੈ। ਅੱਛਾ ਹਾਂਜੀ, ਉਹ ਬਤਾਊਆਂ ਦੇ ਬੂਟੇ ਜਿਹੜੇ ਲਾਏ ਨੇ ਉਹਨਾਂ ਨੂੰ ਇੱਕ ਸੁੰਡੀ ਪੈਂਦੀ ਹੈ, ਉੱਡਦੀ ਆ, ਉਹ ਲਾਲ ਜਿਹੇ ਰੰਗ ਦੀ। ਲਾਲ ਜਿਹੇ ਰੰਗ ਦੀ ਭੂੰਡੀ ਪੈਂਦੀ ਹੈ। ਹਾਂਜੀ ਹਾਂਜੀ, ਉਹ ਪੱਤਿਆਂ ਨੂੰ ਖਾਈ ਜਾਂਦੀ ਹੈ, ਗਲੀਆਂ ਕਰਤੀਆਂ ਪੱਤਿਆਂ ਦੇ ਵਿੱਚ। ਠੀਕ ਹੈ ਜੀ, ਠੀਕ ਹੈ ਤੇ ਉਹਦੀ ਕੋਈ ਇਲਾਜ ਦੱਸੋ। ਜੀ। ਜੀ ਡਾਕਟਰ ਸਾਹਿਬ। ਉਹ ਅਸੀਂ ਵੇਖੋ ਇਹ ਗੱਲ ਕਹਿੰਦੇ ਆ ਵੀ ਜਿਹੜੀ ਅਸੀਂ ਘਰੇਲੂ ਬਗੀਚੀ ਆ ਨਾ, ਜਿਹੜੀ ਸਬਜ਼ੀ ਖਾਣੀ ਆ, ਇਹਦੇ ਤੇ ਅਸੀਂ ਸਪਰੇਅ ਦਾ ਬਚਾਅ ਕਰੀਏ, ਦਵਾਈਆਂ ਨਾ ਵਰਤੀਏ। ਜੀ ਜੀ ਜੀ। ਤੇ ਖਾਸ ਕਰਕੇ ਜਿਹੜੀ ਇਹਦੇ ਵਿੱਚ ਬੈਂਗਣਾ ਦੇ ਵਿੱਚ ਸੁੰਡੀ ਦੀ ਸਮੱਸਿਆ ਆਉਂਦੀ ਹੈ। ਹਾਂਜੀ। ਸੁੰਡੀ ਜਿਹੜੀਆਂ ਉਹਨਾਂ ਦੀਆਂ ਲਗਰਾਂ ਦੇ ਵਿੱਚ ਪੈ ਜਾਂਦੀ ਜਾਂ ਤਾਂ ਫਿਰ ਫਲਾਂ ਦੇ ਵਿੱਚ ਪੈ ਜਾਂਦੀ। ਜਦੋਂ ਫਲਾਂ ਦੇ ਵਿੱਚ ਪੈ ਜਾਏ ਫਿਰ ਜੋ ਮਰਜ਼ੀ ਕਰ ਲਓ, ਸੁੰਡੀ ਕੋਈ ਵੀ ਦਵਾਈ ਸਪਰੇਅ ਕਰ ਲਈਏ ਉਹ ਮਰਦੀ ਨਹੀਂ। ਮਰਦੇ ਨਹੀਂ। ਸੋ ਇਹਨਾਂ ਹਾਲਤਾਂ ਦੇ ਵਿੱਚ ਸਾਨੂੰ ਇੱਕ ਤਾਂ ਉਹ ਜਿਹੜੀਆਂ ਕਰੂੰਬਲਾਂ ਜਦੋਂ ਉਹ ਪੈ ਜਾਂਦੀ ਸੁੰਡੀ ਜਿ ਤੇ ਉਹ ਟੇਢੀਆਂ ਹੋ ਜਾਂਦੀਆਂ, ਉਹਨਾਂ ਤੋਂ ਥੱਲੇ ਕੈਂਚੀ ਦੇ ਨਾਲ 1 ਇੰਚ ਤੋਂ ਰੱਖ ਕੇ ਉਹ ਕੱਢ ਦੇਣੀਆਂ ਚਾਹੀਦੀਆਂ। ਇਸ ਤਰ੍ਹਾਂ ਜਿਹੜੇ ਫਲ ਕਾਣੇ ਆ, ਉਹ ਕਾਣੇ ਫਲ ਸਾਰੇ ਤੋੜ ਕੇ ਤਾਂ ਇਹਨਾਂ ਨੂੰ ਜ਼ਮੀਨ ਦੇ ਵਿੱਚ ਦੱਬ ਦੇਣਾ ਚਾਹੀਦਾ। ਕਈ ਸਾਡੇ ਕਿਸਾਨ ਘਰਾ ਕੀ ਕਰਦੇ ਆ ਵੀ ਇਦਾਂ ਅਸੀਂ ਇਹਨੇ ਵੀ ਇਹ ਫਿਜ਼ੀਕਲ ਕੰਟਰੋਲ ਕਰ ਲਓ, ਪਰ ਉਹ ਨਾਲ ਹੀ ਲਾਗੇ ਸੁੱਟ ਦਿੰਦੇ ਆ ਕੱਟ ਕੇ। ਉਹਦੇ ਨਾਲ ਸੁੰਡੀ ਦੇ ਵਿੱਚੋਂ ਪਤੰਗਾ ਬਣ ਕੇ ਫੇਰ ਨਿਕਲ ਕੇ ਉਸੇ ਫਸਲ ਦੇ ਉੱਤੇ ਫੇਰ ਸਾਡਾ ਹਮਲਾ ਕਰ ਦਿੰਦਾ। ਤੇ ਇਸ ਕਰਕੇ ਇਸ ਨੂੰ ਕੱਟ ਕੇ ਤੇ ਜ਼ਮੀਨ ਦੇ ਵਿੱਚ ਦੱਬ ਦੇਣਾ ਚਾਹੀਦਾ ਤਾਂ ਕਿ ਉਹ ਸਦਾ ਵਾਸਤੇ ਹੀ ਨਾਸ਼ ਹੋ ਜੇ। ਇਸ ਤਰੀਕੇ ਨਾਲ ਸਾਨੂੰ ਇਹਦੇ ਉੱਤੇ ਕੰਟਰੋਲ ਕਰਨਾ ਚਾਹੀਦਾ। ਠੀਕ ਆ। ਤੁਸੀਂ ਉਹ ਦੱਸ ਰਹੇ ਸੀ ਆਪਣੇ ਮਾਡਲ ਦੀ, ਯੂਨੀਵਰਸਿਟੀ ਮਾਡਲ ਦੀ, ਉਹ 'ਚ ਕੋਈ ਗੱਲ ਰਹਿ ਗਈ? ਹਾਂਜੀ, ਉਹਦੇ ਵਿੱਚ ਗੱਲ ਇਹ ਰਹਿ ਗਈ ਜੀ, ਜੇ ਅਸੀਂ ਇਹ ਜਿਹੜਾ ਮਾਡਲ ਆ ਇਸ ਤਰੀਕੇ ਦੇ ਨਾਲ ਉਹਨੂੰ ਲਾਉਨੇ ਆ। ਪੰਜਾਬ ਦੇ ਵਿੱਚ ਬਹੁਤ ਸਾਡੇ ਕਿਸਾਨ ਭਰਾਵਾਂ ਨੇ ਸ਼ਹਿਰਾਂ ਦੇ ਵਿੱਚ ਤੇ ਅਰਧ ਸ਼ਹਿਰੀ ਏਰੀਆ, ਇਵਨ ਪਿੰਡਾਂ ਦੇ ਵਿੱਚ ਵੀ ਇਹ ਮਾਡਲ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ। ਅੱਛਾ ਜੀ। ਤੇ ਇਸ ਮਾਡਲ ਦੇ ਵਿੱਚੋਂ 300 ਕਿਲੋ ਸਬਜ਼ੀ ਅਸੀਂ 1 ਸਾਲ ਦੇ ਵਿੱਚ ਪੈਦਾ ਕਰ ਸਕਦੇ ਹਾਂ। ਵਾਹ ਜੀ ਤੇ ਇਹ ਜਿਹੜਾ ਮਾਡਲ ਹੈ, ਜਿਵੇਂ ਆਪਾਂ ਦੇਖਦੇ ਹਾਂ ਵੀ ਸਾਡੇ ਹੁਣ ਪਰਿਵਾਰ ਛੋਟੇ ਛੋਟੇ ਹੋ ਰਹੇ ਆ। ਪਹਿਲਾਂ ਇਕੱਠੇ ਪਰਿਵਾਰ ਹੁੰਦੇ ਸੀ, 10 12 ਜੀ 15 ਇਕੱਠੇ ਰਹਿੰਦੇ ਸੀ ਘਰ 'ਚ। ਹੁਣ ਥੋੜਾ 3-4 ਮੈਂਬਰਾਂ ਦਾ ਹੀ ਪਰਿਵਾਰ ਵੱਧ ਤੋਂ ਵੱਧ ਦੇਖਦੇ ਸੀਮਤ ਰਹਿ ਗਿਆ। ਛੋਟੇ ਇਹ ਜਿਹੜੇ 3 ਤੋਂ 4 ਆ, 2 ਫਾਦਰ ਮਦਰ, 2 ਉਹਦੇ ਬੱਚੇ, 4 ਪਰਿਵਾਰ ਦੇ ਮੈਂਬਰਾਂ ਵਾਸਤੇ ਇਹ ਉਹਨਾਂ ਦੀ ਲੋੜ ਸਬਜ਼ੀ ਜਿਹੜੀ ਆ ਉਹ ਪੂਰੀ ਕਰ ਸਕਦੇ। ਮਤਲਬ ਤੁਹਾਨੂੰ ਰੇੜੀ ਵਾਲੇ ਦੇ ਮਗਰ ਨਹੀਂ ਨੱਠਣਾ। ਰੇੜੀ ਵਾਲੇ ਦੇ ਮਗਰ ਮੈਂ ਨਾ ਰੇੜੀ ਦੇ ਵਾਲੇ ਦੇ ਕੋਲ ਤੇ ਸਬਜ਼ੀ ਲੈਣ ਜਾਣਾ ਹੀ ਨਹੀਂ ਚਾਹੀਦਾ। ਹਾਂ, ਨਾਲੇ ਗੱਲ ਇਹ ਹੈ ਬਈ ਜਿਵੇਂ ਤੇਜਪਾਲ ਜੀ ਢਿੱਲੋਂ ਸਾਹਿਬ ਦੱਸ ਰਹੇ ਆ ਗੱਲ, ਤੇ ਵੇਖੋ ਜਦੋਂ ਹੁਣ ਤੁਸੀਂ ਵਿਉਂਤਬੰਦੀ ਦੀ ਗੱਲ ਕਰਦੇ ਹੋ, ਬੀਜਾਂ ਦੀ ਗੱਲ ਕਰਦੇ ਹੋ, ਇਹਦੇ ਬਾਰੇ ਵੀ ਥੋੜਾ ਜਿਹਾ ਸਾਡੇ ਕਿਸਾਨ ਭਰਾਵਾਂ ਨੂੰ ਜ਼ਰੂਰ ਦੱਸ ਦਿਓ ਬਈ ਜਿਵੇਂ ਵਿਉਂਤਬੰਦੀ ਤੁਸੀਂ ਦੱਸਤਾ ਵੀ 1 ਕਨਾਲ ਚਾਹੀਦਾ ਜਾਂ 10 ਮਰਲੇ ਚਾਹੀਦੇ ਆ, ਤੇ ਜਿੱਡਾ ਕੁ ਪਰਿਵਾਰ ਵਾ ਉਹਨਾਂ ਕੁ ਉਹ ਕਰ ਲੈਣ। ਤੇ ਬੀਜ ਇਹ ਕਿੱਥੋਂ ਲੈਣ? ਜਿਵੇਂ ਤੁਸੀਂ ਹੁਣ ਕਿੱਟ ਬਣਾਈ ਆ, ਹੁਣ ਹਰ ਕੋਈ ਬੰਦਾ ਤੇ ਲੁਧਿਆਣੇ ਆਉਣੋਂ ਰਿਹਾ, ਇਹਦੇ ਬਾਰੇ ਜ਼ਰੂਰ ਥੋੜਾ ਜਿਹਾ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ, ਇਹ ਵੱਡੇ ਪੱਧਰ ਦੇ ਉੱਤੇ ਕਿਸਾਨ ਭਰਾਵਾਂ ਦੀ ਸੇਵਾ ਕਰ ਰਹੀ ਹੈ। ਭਾਵੇਂ ਉਹ ਬੀਜ ਆ ਜਾਂ ਕੋਈ ਹੋਰ ਸਬਜ਼ੀਆਂ ਦੀ ਪਨੀਰੀ ਆ। ਸੋ ਇਹ ਜਿਹੜੇ ਸਬਜ਼ੀਆਂ ਦੇ ਔਰ ਦੂਜੇ ਫਸਲਾਂ ਦੇ ਬੀਜ ਵੀ ਜਿਵੇਂ ਹੁਣ ਇਸ ਸੀਜ਼ਨ ਦੇ ਵਿੱਚ ਆ ਖਰੀਫ ਸੀਜ਼ਨ ਦੇ ਵਿੱਚ ਝੋਨੇ ਦੇ ਸਾਰੇ ਬੀਜ ਆ। ਅਸੀਂ ਯੂਨੀਵਰਸਿਟੀ ਦੇ ਵਿੱਚ ਜਿਹੜੀ ਸਾਡੀ ਦੁਕਾਨ ਹੈ ਉੱਥੇ ਹਮੇਸ਼ਾ ਹੀ ਉਪਲਬਧ ਹੁੰਦੇ ਆ। 7 ਦਿਨ ਸਾਡੀ ਦੁਕਾਨ ਖੁੱਲ੍ਹਦੀ ਆ ਜੀ। ਤੇ ਦੂਸਰਾ ਸਾਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਆ, ਸਾਡੇ ਫਾਰਮ ਐਡਵਾਈਜ਼ਰੀ ਸਰਵਿਸ ਸਕੀਮ ਆ, ਸਾਡੇ ਰਿਸਰਚ ਸਟੇਸ਼ਨ ਆ, ਉਹਨਾਂ ਸਾਰਿਆਂ ਦੇ ਉੱਤੇ ਸਾਡੇ ਜਿਹੜੇ ਬੀਜ ਆ ਇਸ ਵੇਲੇ ਸਾਰੇ ਜਾ ਚੁੱਕੇ ਆ। ਕਿਸਾਨ ਭਰਾ ਕਰੋਨਾ ਦੇ ਮੱਦੇ ਨਜ਼ਰ ਰੱਖਦੇ ਆਪੋ ਆਪਣੇ ਜ਼ਿਲ੍ਹੇ ਦੇ ਵਿੱਚੋਂ ਹੀ ਬੀਜ ਲੈ ਸਕਦੇ, KVK ਤੋਂ ਲੈ ਲੈਣ, ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ। ਤੇਜਪਾਲ ਜੀ ਹੋਰ ਵੇਖਿਆ ਹੋਣਾ ਤੁਸੀਂ, ਇਹ ਤੇ ਬੀਜਾਂ ਦੀ ਗੱਲ ਕਰਦੇ ਆ, ਪਨੀਰੀ ਵੀ ਮੈਂ ਲੈ ਕੇ ਆਇਆ। ਇਸ ਤੋਂ ਇਲਾਵਾ ਅਸੀਂ ਜਿਹੜੀ ਪਨੀਰੀ ਆ, ਜਦੋਂ ਕੋਈ ਕਿਸਾਨ ਵੀਰ ਲੇਟ ਹੋ ਜਾਂਦੇ ਆ ਬੀਜ ਲਾਉਣ ਤੋਂ ਬਾਅਦ, ਸਬਜ਼ੀ ਦੇ ਸਮੇਂ ਤੋਂ ਲੰਘ ਜਾਂਦਾ, ਉਸ ਤੋਂ ਇਲਾਵਾ ਅਸੀਂ ਉੱਥੇ ਯੂਨੀਵਰਸਿਟੀ ਦੇ ਵਿੱਚ ਈਵਨ ਹੋਰ ਵੀ ਥਾਵਾਂ ਦੇ ਉੱਤੇ ਸਾਡੇ ਸਟੇਸ਼ਨਾਂ ਦੇ ਉੱਤੇ ਪਨੀਰੀ ਤਿਆਰ ਕੀਤੀ ਆ। ਪਲੱਗ ਟਰੇਆਂ ਦੇ ਵਿੱਚ ਪਨੀਰੀ ਤਿਆਰ ਕੀਤੀ ਆ, ਉਹਨਾਂ ਦੇ ਵਿੱਚ ਮੀਡੀਆ ਪਾ ਕੇ, ਮਿੱਟੀ ਨਹੀਂ ਪਾਉਣੀ, ਦੂਸਰਾ ਮੀਡੀਆ ਪਾ ਕੇ ਪਨੀਰੀ ਤਿਆਰ ਕੀਤੀ ਆ। ਤੇ
ਤਾਂ ਕਿ ਉਹ ਜੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਤੁਸੀਂ ਦੂਰ ਦਰੇਡੇ ਖੜਨੇ ਆ ਤੇ ਆਸਾਨੀ ਦੇ ਨਾਲ ਪਨੀਰੀ ਜਿਹੜੀ ਆ ਖੜ ਸਕਦੇ ਹੋ। ਉਹ ਕੱਪਾਂ ਜਿਹਾਂ 'ਚ ਹੁੰਦੀ ਕੱਪਾਂ ਹੈ। ਦੇ ਵਿੱਚ ਉਹ ਕੱਪਾਂ ਦੇ ਉਹਨਾਂ ਨੂੰ ਅਸੀਂ ਪਲੱਗ ਟਰੇ ਕਹਿੰਦੇ ਆ। ਠੀਕ ਆ। ਤੇ ਉਸ ਤਰੀਕੇ ਨਾਲ ਜਦੋਂ ਲਾ ਲਈਏ ਤਾਂ ਜੋ ਸਾਡੀ ਜਿਹੜੀ ਫਸਲ ਆ ਜੇ ਬੀ ਨਹੀਂ ਲੱਗਾ ਤੇ ਉਹ 15 20 25 ਦਿਨ ਜੇ ਬਾਅਦ ਚ ਵੀ ਲਾ ਲਈਏ ਤੇ ਤਾਂ ਵੀ ਸਾਡੀ ਜਿਹੜੀ ਆ ਉਹਦਾ ਜਿਹੜੀ ਆ ਝਾੜ ਆ ਜਾਂ ਉਹਦੀ ਤੜਾਈ ਆ ਦੂਜੀ ਦੇ ਸਾਨੂੰ ਨਾਲ ਹੀ ਲੈ ਜੀ ਸਮੇਂ ਦੇ ਨਾਲ ਡਾਕਟਰ ਹੋ ਜਾਂਦੀ। ਸਾਹਿਬ ਇੱਕ ਮੈਨੂੰ ਲੱਗਦਾ ਫੋਨ ਹੋਰ ਆਇਆ, ਆਪਾਂ ਦੇਖ ਲਈਏ ਮਾੜਾ ਜਿਹਾ। ਵਾਹ ਬਿਲਕੁਲ। ਹੈਲੋ ਜੀ। ਹਾਂਜੀ ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਹੋ? ਅੰਗਰੇਜ਼ ਸਿੰਘ ਐਕਟਿਵ ਬੋਲ ਰਿਹਾ ਜੀ। ਹਾਂਜੀ, ਸਵਾਲ ਪੁੱਛੋ ਜੀ। ਹਾਂਜੀ ਆਪਣਾ ਹੀ ਜਿਹੜੇ ਆ ਸਾਡੀ ਤਾਂ ਅੰਗਰੇਜ਼ ਸਿੰਘ ਐਕਟਿਵ ਬੋਲਦਾ ਜੀ। ਹਾਂਜੀ ਹਾਂਜੀ, ਸਵਾਲ ਪੁੱਛੋ ਜੀ। ਆਪਣਾ ਸੌਣੀ ਦੇ ਵਿੱਚ ਕਿਹੜੀਆਂ ਸਬਜ਼ੀਆਂ ਲਾ ਸਕਦੇ ਜੀ? ਠੀਕ ਆ ਜੀ, ਠੀਕ ਆ। ਆ ਸੌਣੀ ਦੇ ਵਿੱਚ ਜੀ ਵੇਖੋ ਇਹਦਾ ਸਬਜ਼ੀਆਂ ਲਾਉਣ ਦੇ 2-3 ਮੌਸਮ ਹੁੰਦੇ ਆ। ਇੱਕ ਤਾਂ ਹੁੰਦਾ ਗਰਮੀਆਂ ਦਾ ਮੌਸਮ। ਗਰਮੀਆਂ ਦਾ ਮੌਸਮ ਜਿਹੜਾ ਹੁੰਦਾ ਫਰਵਰੀ ਮਾਰਚ ਦੇ ਵਿੱਚ ਸਹੀ ਸਮਾਂ ਹੁੰਦਾ, ਉਹ ਹੁਣ ਲੰਘ ਚੁੱਕਾ। ਤੇ ਇਸ ਤੋਂ ਇਲਾਵਾ ਜਿਹੜਾ ਹੁਣ ਆਉਣ ਵਾਲਾ ਸਮਾਂ ਆ ਜੂਨ ਜੁਲਾਈ, ਉਹਦੇ ਵਿੱਚ ਅਸੀਂ ਮੁੱਖ ਤੌਰ ਦੇ ਉੱਤੇ ਭਿੰਡੀ ਲਾ ਸਕਦੇ ਹਾਂ ਜੀ। ਇਸ ਤੋਂ ਇਲਾਵਾ ਲੋਬੀਆ ਲਾ ਸਕਦੇ ਹਾਂ। ਇਸ ਤੋਂ ਇਲਾਵਾ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਵਿੱਚ ਘੀਆ, ਕੱਦੂ, ਘੀਆ, ਤੋਰੀ, ਪੇਠਾ ਲਾ ਸਕਦੇ ਹਾਂ। ਕਿਉਂਕਿ ਜਿਹੜੀਆਂ ਅਸੀਂ ਪਹਿਲੀਆਂ ਹੁਣ ਸਬਜ਼ੀਆਂ ਲਾਈਆਂ ਉਹ ਸਾਡੀਆਂ ਜੂਨ ਜੁਲਾਈ ਦੇ ਵਿੱਚ ਖਤਮ ਹੋ ਜਾਣੀਆਂ ਤੇ ਇਹ ਅਸੀਂ ਦੁਬਾਰਾ ਲਾ ਲਾਂਗੇ ਤਾਂ ਫਿਰ ਇਹ ਸਾਡੀਆਂ ਅਕਤੂਬਰ ਨਵੰਬਰ ਤੱਕ ਚੱਲਦੀਆਂ ਰਹਿਣਗੀਆਂ। ਠੀਕ ਹੈ। ਤੇ ਅਸੀਂ ਕਿਚਨ ਗਾਰਡਨ ਦੇ ਵਿੱਚੋਂ ਲੰਬੇ ਸਮੇਂ ਵਾਸਤੇ ਘਰ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਇਹ ਸਬਜ਼ੀਆਂ ਜਿਹੜੀਆਂ ਵਾ ਉਹ ਲੈ ਸਕਦੇ। ਠੀਕ ਹੈ। ਇਹਦਾ ਤੁਸੀਂ ਬਿਜਾਈ ਦਾ ਸਮਾਂ ਤਾਂ ਦੱਸਤਾ। ਹਾਂਜੀ। ਤਰੀਕਾ ਤੁਸੀਂ ਪਹਿਲਾਂ ਥੋੜਾ ਜਿਹਾ ਦੱਸਿਆ ਵੀ ਬੈਡਸ ਬਣਾ ਕੇ ਦੇਣੇ, ਜੇ ਹੋਰ ਉਹਦੇ 'ਚ ਕੋਈ ਗੱਲ ਆ ਤਰੀਕੇ ਦੇ ਵਿੱਚ ਤੇ ਉਹ ਵੀ ਦੱਸ ਉਹਦੇ ਵਿੱਚ ਮੈਂ ਇਹੀ ਦੱਸਦਾ ਵੀ ਇਹ ਜਿਹੜੀਆਂ ਹੁੰਦੀਆਂ ਵਾ ਸਬਜ਼ੀਆਂ, ਜਦੋਂ ਮੈਂ ਬੈੱਡ ਦੱਸਿਆ ਨਾ, ਉਹ ਬੈੱਡ ਦੇ ਉੱਤੇ ਲਾਉਣੀਆਂ ਤੇ ਖਾਸ ਕਰਕੇ ਕੱਦੂ ਜਾਤੀ ਵਾਲੀਆਂ ਸਬਜ਼ੀਆਂ ਦੀਆਂ ਵੇਲਾਂ ਬੜੀਆਂ ਉੱਚੀਆਂ ਫੈਲ ਜਾਂਦੀਆਂ ਤੇ ਕਿਚਨ ਗਾਰਡਨ ਦੇ ਵਿੱਚ ਘਰੇਲੂ ਬਗੀਚੀ ਸਾਡੇ ਕੋਲ ਅਸੀਂ ਆਨੇ ਵੀ ਸ਼ਹਿਰਾਂ ਦੇ ਵਿੱਚ ਜਗ੍ਹਾ ਦੀ ਬੜੀ ਜ਼ਮੀਨ ਦੀ ਘਾਟ ਹੁੰਦੀ ਆ। ਬਿਲਕੁਲ। ਤੇ ਫਿਰ ਇਹਨਾਂ ਨੂੰ ਅਸੀਂ ਸਟੇਕਿੰਗ ਕਰ ਦਿੰਦੇ ਰੱਸੀਆਂ ਦੇ ਨਾਲ, ਤਾਂ ਉੱਪਰ ਨੂੰ ਚੜਾ ਦਿੰਦੇ ਆ। ਅੱਛਾ ਜੀ। ਇਹਦੇ ਨਾਲ ਵਾਂਸ ਬੰਨ੍ਹ ਕੇ ਉਹਦੇ ਨਾਲ ਰੱਸੀਆਂ ਬੰਨ੍ਹ ਕੇ ਤਾਂ ਕਿ ਉਹਦੇ ਵਿੱਚੋਂ ਜਦੋਂ ਕੱਦੂ ਜਾਤੀ ਦੀਆਂ ਵੱਲਾਂ ਉੱਪਰ ਨੂੰ ਚੜ੍ਹ ਗਈਆਂ, ਉੱਪਰ ਅਸੀਂ ਜਿੰਨੀ ਮਰਜ਼ੀ ਉੱਪਰ ਤੱਕ ਜ਼ਮੀਨ ਵਰਤ ਸਕਦੇ ਹਾਂ। ਬਿਲਕੁਲ। ਤਾਂ ਉਹਦੇ ਨਾਲ ਸਾਡਾ ਝਾੜ ਵੀ ਵੱਧ ਜਾਂਦਾ ਸਬਜ਼ੀ ਤੇ ਸਾਡੇ ਜਿਹੜੇ ਫਲ ਆ ਉਹਨਾਂ ਦੀ ਕੁਆਲਿਟੀ ਵੀ ਚੰਗੀ ਹੁੰਦੀ ਆ ਤੇ ਉਹਦੇ ਨਾਲ ਸਾਨੂੰ ਵਧੀਆ ਸਬਜ਼ੀ ਜਿਹੜੀ ਆ ਉਹ ਲੰਮੇ ਸਮੇਂ ਤੱਕ ਮਿਲਦੀ ਰਹੀ। ਇਹਨਾਂ ਚੀਜ਼ਾਂ ਦਾ ਜਿਹੜਾ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ। ਜੀ 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 ਜੀ। ਸੋ ਡਾਕਟਰ ਸਾਹਿਬ ਜਿਵੇਂ ਹੁਣ ਬੀਜ ਦੀ ਗੱਲ ਕੀਤੀ ਆ ਵੀ ਬੀਜ ਵੱਖ-ਵੱਖ ਕੇਵੀਕਿਆਂ 'ਚ ਤੁਸੀਂ ਪਹੁੰਚਾਤਾ, ਹਾਂਜੀ। ਤੇ ਜਦੋਂ ਘਰੇਲੂ ਬਗੀਚੀ ਆਪਾਂ ਕਹਿੰਦੇ ਆ ਤੇ ਉਹਨੂੰ ਹੁਣ ਇੱਕ ਹਿਸਾਬ ਦੀ ਜੈਵਿਕ ਬਗੀਚੀ ਹੋ ਗਈ। ਹਾਂ, ਜੈਵਿਕ ਬਿਲਕੁਲ। ਨਾ ਤਾਂ ਤੁਸੀਂ ਕਹਿੰਦੇ ਉਹਨੂੰ ਖਾਦ ਪਾਉਣੀ ਆ ਤੇ ਨਾ ਹੀ ਉਹਨੂੰ ਦੂਸਰਾ ਪਾਉਣਾ ਵਾ, ਤੇ ਉਹਦਾ ਕਿਵੇਂ ਹਿਸਾਬ ਕਿਤਾਬ ਲਾਵੇ ਫਿਰ ਖਾਦ ਤੋਂ ਬਗੈਰ ਹੋ ਜੂ? ਬਿਲਕੁਲ ਜੀ, ਬਿਲਕੁਲ। ਸਾਡਾ ਮਕਸਦ ਹੀ ਘਰੇਲੂ ਬਗੀਚੀ ਲਾਉਣ ਦਾ ਆ ਵੀ ਅਸੀਂ ਉਹਦੇ ਵਿੱਚ ਖਾਦਾਂ ਤੋਂ ਰਹਿਤ ਸਬਜ਼ੀ ਤੇ ਕੀਟਨਾਸ਼ਕਾਂ ਤੋਂ ਰਹਿਤ ਸਬਜ਼ੀ ਪੈਦਾ। ਡਾਕਟਰ ਸਾਹਿਬ ਗੱਲ ਇਦਾਂ ਆ ਵੀ ਘਰੇਲੂ ਬਗੀਚੀ ਲਾਉਣ ਦਾ ਫਾਇਦਾ ਹੀ ਕੀ ਆ ਜੇ ਆਪਾਂ ਕੀਟਨਾਸ਼ਕ ਤੇ ਉਹੀ ਖਾਦਾਂ ਉਹਦੀਆਂ ਬਿਲਕੁਲ ਉਹਦੇ ਵਾਸਤੇ ਮੈਂ ਇਹ ਦੱਸੂਗਾ ਮੌਸਮ ਵੀ ਢੁਕਮਾ ਜਿਹੜੀ ਗਲੀ ਸੜੀ ਰੂੜੀ ਆ, ਇਹਨੂੰ ਜਿਵੇਂ ਆਪਾਂ ਕਹਿ ਦਿੰਦੇ 16 ਕਲਾਂ ਸੰਪੂਰਨ ਹੁੰਦੀ ਆ। ਉਹ ਪਾਓ। ਇਹ ਜਿਹੜੀ ਆ ਜਿਵੇਂ ਮੈਂ ਮਾਡਲ ਦੱਸਿਆ ਤੁਹਾਨੂੰ ਕਿਚਨ ਗਾਰਡਨ ਦਾ 36 ਸਕੁਅਰ ਮੀਟਰ ਦਾ, ਇਹਦੇ ਵਿੱਚ 2 ਤੋਂ 3 ਕੁਇੰਟਲ ਜੇ ਆਪਾਂ ਰੂੜੀ ਪਾ ਦਈਏ ਤਾਂ ਸਾਡੇ ਹੋਰ ਸਾਨੂੰ ਕੋਈ ਵੀ ਚੀਜ਼ ਪਾਉਣ ਦੀ ਲੋੜ ਨਹੀਂ। ਦੇਖਿਆ ਡਾਕਟਰ ਸਾਹਿਬ, ਨਾਲੇ ਮੌਸਮ ਬਦਲ ਰਿਹਾ, ਹੁਣ ਮਾਹੌਲ ਬਣ ਰਿਹਾ, ਸਬਜ਼ੀਆਂ ਲਾਓ ਕਹਿੰਦੇ ਅਕਤੂਬਰ ਨਵੰਬਰ ਤੱਕ ਤੁਹਾਨੂੰ ਇਹੋ ਸਬਜ਼ੀਆਂ ਮਿਲੀ ਜਾਣੀਆਂ। ਬਿਲਕੁਲ ਜੀ। ਤੇ ਮੌਸਮ ਬਦਲਣ ਦੀ ਗੱਲ ਕੀਤੀ ਮੈਂ। ਕੱਲ ਮੀਂਹ ਪਵਾਤਿਆ ਤੁਸੀਂ? ਮੌਸਮ ਬਦਲਣ ਦੀ ਗੱਲ ਕੀਤੀ, ਮੌਸਮ ਦੀ ਜਾਣਕਾਰੀ ਆਈ ਕਿ ਦੱਸੋ ਜੀ ਬਿਲਕੁਲ। ਸੋ ਅੱਜ ਜਿਹੜਾ ਤਾਪਮਾਨ ਰਿਹਾ ਜੀ ਪੰਜਾਬ ਦੇ ਅਲੱਗ-ਅਲੱਗ ਖਿੱਤਿਆਂ ਦੇ ਵਿੱਚ, ਉਹ ਸੀ ਚੰਡੀਗੜ੍ਹ ਜਿਹੜਾ ਵੱਧ ਤੋਂ ਵੱਧ ਤਾਪਮਾਨ ਰਿਹਾ 34.6 ਡਿਗਰੀ ਤੇ 19.5 ਡਿਗਰੀ ਸੈਲਸੀਅਸ ਘੱਟ ਤੋਂ ਘੱਟ। ਅੰਮ੍ਰਿਤਸਰ ਵੱਧ ਤੋਂ ਵੱਧ 33.4 ਡਿਗਰੀ ਸੈਲਸੀਅਸ ਤੇ 16.8 ਡਿਗਰੀ ਸੈਲਸੀਅਸ ਘੱਟ ਤੋਂ ਘੱਟ। ਲੁਧਿਆਣਾ 34.2 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 18.6 ਡਿਗਰੀ ਸੈਲਸੀਅਸ ਘੱਟ ਤੋਂ ਘੱਟ। ਪਟਿਆਲਾ 36 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 19 ਡਿਗਰੀ ਘੱਟ ਤੋਂ ਘੱਟ। ਬਠਿੰਡਾ 36.4 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 16.8 ਡਿਗਰੀ ਸੈਲਸੀਅਸ ਘੱਟ ਤੋਂ ਘੱਟ। ਫਰੀਦਕੋਟ 34.5 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 18 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਰਿਹਾ। ਤੇ ਆਉਣ ਵਾਲੇ 24 ਘੰਟੇ ਮੌਸਮ ਖੁਸ਼ਕ ਆ ਜੀ। ਉਸ ਤੋਂ ਬਾਅਦ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਆ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਆਪਣੇ ਸੁਝਾਅ ਸਾਨੂੰ ਭੇਜੋ ਤਾਂ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜੋ ਬਦਲਾਅ ਦੀ ਲੋੜ ਹੈ ਉਹ ਵੀ ਕਰ ਸਕੀਏ। ਸਾਡਾ ਤੁਸੀਂ ਪਤਾ ਨੋਟ ਕਰ ਲਓ। ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ। ਪਿੰਨ ਕੋਡ ਹੈ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com। ਕਿਸਾਨ ਵੀਰੋ ਤੇ ਭੈਣੋ, ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ
ਕਿ ਕਰੋਨਾ ਇੱਕ ਵਾਰ ਫੇਰ ਵੱਧ ਰਿਹਾ। ਸੋ ਇਸ ਕਰਕੇ ਆਪਾਂ ਨੂੰ ਬਹੁਤ ਖਿਆਲ ਰੱਖਣਾ ਚਾਹੀਦਾ। ਵੈਕਸੀਨੇਸ਼ਨ ਵੀ ਕਰਾਉਣੀ ਚਾਹੀਦੀ ਹੈ, ਪਰ ਵੈਕਸੀਨੇਸ਼ਨ ਕਰਾਉਣ ਦੇ ਨਾਲ ਨਾਲ ਜਿਹੜੇ ਇਹਤਿਆਤ ਆ ਉਹ ਜ਼ਰੂਰ ਵਰਤੋ। ਮਾਸਕ ਪਾਓ, ਹੱਥ ਵੀ ਸਮੇਂ-ਸਮੇਂ ਤੇ ਧੋਂਦੇ ਰਹੋ, ਤੇ ਜਿਹੜੀ 2 ਗਜ਼ ਦੀ ਦੂਰੀ ਆ ਨਾ ਉਹ ਜ਼ਰੂਰ ਬਣਾ ਕੇ ਰੱਖੋ। ਤੇ ਹੁਣ ਸਾਨੂੰ ਦਿਓ ਇਜਾਜ਼ਤ। ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਜੈ ਹਿੰਦ ਜੀ। ਜੈ ਹਿੰਦ।